ਬੀਤੇ ਦਿਨੀ ਕਰਨਾਲ ਦੇ ਵਿੱਚ ਕਿਸਾਨਾਂ ਦੇ ਉੱਤੇ ਕੀਤੇ ਗਏ ਤਸ਼ੱਦਦ ਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਵੱਲੋਂ ਨਿਖੇਧੀ ਕੀਤੀ ਗਈ ਹੈ। ਉਹਨਾਂ ਨੇ ਸਾਫ਼-ਸਾਫ਼ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਤੇ ਨਾਲ ਹੀ ਮੋਦੀ ਸਰਕਾਰ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਤੇ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਯਾਦ ਕੀਤਾ। इस मौके ਦੇ ਉੱਤੇ ਵੀ ਰਜਿੰਦਰ ਕੌਰ ਭੱਠਲ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੇ ਨਾਲ ਨੇ ਅਤੇ ਉਹਨਾਂ ਦੇ ਉੱਤੇ ਜਿਹੜਾ ਕੱਲ ਅਤਿਆਚਾਰ ਹੋਇਆ, ਜਿਨ੍ਹਾਂ ਦੇ ਵੱਲੋਂ ਇਹ ਜ਼ੁਲਮ ਕੀਤਾ ਗਿਆ ਤੇ ਜਿਨ੍ਹਾਂ ਨੇ ਵੀ ਇਸ ਦੇ ਹੁਕਮ ਦਿੱਤੇ ਨੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਜ਼ੁਲਮ ਦਾ ਨਾਂ ਦਿੰਦੀ ਹਾਂ ਕਿ ਜ਼ੁਲਮ ਕੀਤਾ ਹੈ। ਭੁੱਖੇ ਪਿਆਸੇ ਕਿਸਾਨ ਬੈਠੇ 9 ਮਹੀਨੇ ਹੋ ਗਏ, ਉਹਨਾਂ ਨੂੰ 600-700 ਬੰਦਾ ਸਾਡਾ ਮੌਤ ਦੇ ਘਾਟ ਉਤਰ ਗਿਆ। ਟੱਬਰਾਂ ਜਾ ਕੇ ਦੇਖਣਗੇ ਕਾਹਦੇ ਲਈ, ਆਪਣੇ ਹੱਕ ਦੀ ਮੰਗ ਲੈ ਕੇ ਬੈਠੇ ਆ ਉੱਥੇ ਔਰ ਪੀਸਫੁਲ ਤਰੀਕੇ ਨਾਲ ਬੈਠੇ ਨੇ। ਐਡੀ ਸਖਤ ਸ਼ਬਦਾਂ ਨਾਲ ਮੈਂ ਨਿੰਦਿਆ ਕਰਦੀ ਹਾਂ ਇਹਨਾਂ ਦੀ ਕਿ ਇਹ ਜ਼ਬਰ ਜ਼ੁਲਮ ਚੱਲਦਾ ਨਹੀਂ ਹੁੰਦਾ। ਅਤੇ ਅੰਗਰੇਜ਼ਾਂ ਨੇ ਵੀ ਉਹ ਇਹਨਾਂ ਨੇ ਕਿੱਸਾ ਯਾਦ ਕਰਾਤਾ ਜੋ ਉਹਨਾਂ ਨੇ ਜਲ੍ਹਿਆਂਵਾਲੇ ਬਾਗ 'ਚ ਗੋਲੀ ਚਲਾਈ ਸੀ। ਇਹ BJP ਦੀ ਸਰਕਾਰ ਨੇ, ਖੱਟੜ ਸਰਕਾਰ ਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਗੋਲੀ ਸੀ ਅਤੇ ਇੱਥੇ ਲਾਠੀ ਹੈ। ਅੱਜ ਇਹਨਾਂ ਨੇ ਉਹੀ ਸਾਨੂੰ ਗੋਲੀ ਯਾਦ ਕਰਾਤੀ, ਲਾਠੀ ਭਰਾ ਕੇ ਵਿਚਾਰੇ ਪੀਸਫੁਲ ਕਿਸਾਨਾਂ ਦੇ ਉੱਪਰ। ਔਰ ਇਹਨਾਂ ਨੂੰ ਸਾਰਿਆਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਜਿਹੜੇ ਗੁਨਾਹਗਾਰ ਨੇ ਜਿਸ ਲੈਵਲ 'ਤੇ ਵੀ ਉਹਨਾਂ ਨੂੰ ਉੱਤੇ ਐਕਸ਼ਨ ਆ ਕੇ ਸਸਪੈਂਡ ਹੋਣੇ ਚਾਹੀਦੇ ਨੇ। ਓਨਲੀ ਅਸੀਂ BJP ਵਾਲਿਆਂ ਦਾ ਘਰਾਓ ਕਰਨਾ ਹੈ, ਉਹ ਠੀਕ ਬਣਦਾ, ਕਿਉਂਕਿ BJP ਵਾਲੇ ਜਾ ਕੇ ਉੱਥੇ ਬੈਠਣ, ਜਾਂ ਜਿਵੇਂ ਹੁਣ ਕੇਜਰੀਵਾਲ ਜੀ ਕਹਿੰਦੇ ਆਪ ਵਾਲੇ ਇਹ ਜਾ ਕੇ ਦਿੱਲੀ 'ਚ ਹੀ ਬੈਠੇ ਨੇ। ਇਹ ਦਫ਼ਤਰ 'ਚ ਬੈਠਣ ਦੀ ਬਜਾਏ ਮੋਦੀ ਦੇ ਬਾਰ ਮੂਹਰੇ ਬੈਠਣ ਜਾ ਕੇ ਉੱਥੇ, ਜਿਵੇਂ ਸਾਡੀ ਪਾਰਟੀ ਦਾ ਇੱਕ ਵਾਰ ਕਾਂਗਰਸ ਦਾ ਮੁੱਖ ਮੰਤਰੀ ਗਿਆ ਕੇ ਉੱਥੇ ਬੈਠਾ ਸੀਗਾ। ਇਹ ਸਾਰੇ ਇਹਨਾਂ ਦੇ ਖਿਲਾਫ ਇਹਨਾਂ ਨੂੰ ਕਰਨਾ ਚਾਹੀਦਾ ਹੈ ਅਤੇ ਇਹ ਸਮਝ ਵੀ ਆਉਂਦੀ ਹੈ ਦੇਸ਼ 'ਚ ਵੀ ਦੁਨੀਆ 'ਚ। ਇਸ ਮੌਕੇ ਤੇ ਜਦੋਂ ਬੀਬੀ ਰਜਿੰਦਰ ਕੌਰ ਭੱਠਲ ਤੋਂ ਕਾਂਗਰਸ ਦੇ ਛਿੜ ਰਹੇ ਆਪਸੀ ਕਲੇਸ਼ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਦੇ ਵਿਚਕਾਰ ਸਾਰਾ ਕੁਝ ਜਲਦ ਹੀ ਠੀਕ ਹੋ ਜਾਵੇਗਾ। ਇਸ ਮੌਕੇ ਦੇ ਉੱਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ। ਦੋਵਾਂ ਦੇ ਵਿਚਕਾਰ ਜਿਹੜੀਆਂ ਵੀ ਗਲਤਫਹਿਮੀਆਂ ਹੋਣਗੀਆਂ ਉਹ ਜਲਦ ਹੀ ਦੂਰ ਹੋ ਜਾਣਗੀਆਂ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਲਦ ਤੋਂ ਜਲਦ ਕਾਂਗਰਸ ਜਿਹੜੀ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਕੈਪਟਨ ਸਾਹਿਬ ਸਰਕਾਰ ਦੇ ਮੋਢੀ ਨੇ, ਮੁੱਖ ਮੰਤਰੀ ਨੇ, ਅਤੇ ਨਵਜੋਤ ਸਿੰਘ ਸਿੱਧੂ ਸਾਡਾ ਨੌਜਵਾਨ ਹੈ, ਅਗਰੈਸਿਵ ਹੈ, ਉਹ ਪਾਰਟੀ ਦਾ ਹੈੱਡ ਹੈਗਾ। ਸੋ ਇਸ ਲਈ ਕਈ ਵਾਰੀ ਡਿਫਰੈਂਸਿਸ ਆਫ ਓਪੀਨੀਅਨ ਜਾਂ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ, ਜਾਂ ਕਿਸੇ ਪਾਸੇ ਕੁਛ ਨਾ ਕੁਛ ਲੱਗਦਾ ਹੈ। ਯੰਗਸਟਰਸ ਸਾਡੇ ਸਾਰੇ ਸੋਚਦੇ ਹੁੰਦੇ ਵੀ ਸਾਤੋਂ ਕਮੀਆਂ ਹੋਰ ਪੂਰੀਆਂ ਕਰਨੀਆਂ ਚਾਹੀਦੀਆਂ, ਉਹ ਗੱਲਾਂ ਤਾਂ ਹੋ ਜਾਂਦੀਆਂ। ਲੇਕਿਨ ਇਹਦੇ ਨਾਲ ਮੈਂ ਸਮਝਦੀ ਹਾਂ ਕਿ ਸਾਨੂੰ ਇਹ ਗੱਲਾਂ ਬੈਠ ਕੇ ਹੱਲ ਕਰਨੀਆਂ ਪੈਣਗੀਆਂ। ਤੁਸੀਂ ਮੈਨੂੰ ਕਿਹਾ ਹੈ, ਕੈਪਟਨ ਸਾਹਿਬ ਮੇਰੇ ਕੋਲ, ਕੈਪਟਨ ਸਾਹਿਬ ਵੀ ਆਏ ਹੈ, ਮੇਰੇ ਕੋਲ ਆਪਣਾ ਨਵਜੋਤ ਸਿੱਧੂ ਵੀ ਆਇਆ, ਕਿਉਂਕਿ ਮੈਂ ਕਾਂਗਰਸੀ ਹਾਂ। ਦੋਏ ਆਪਣਾ ਭਰੋਸਾ ਕਿ ਕਾਂਗਰਸ ਦੇ ਹਿੱਤ ਦੀ ਗੱਲ ਕਰਨਗੇ। ਮੈਂ ਅੱਜ ਤੱਕ ਕਦੇ ਪਾਰਟੀ ਬਦਲਣਾ ਤਾਂ ਦੂਰ ਦੀ ਗੱਲ, ਸੋਚ ਕੇ ਵੀ ਨਹੀਂ ਦੇਖਿਆ ਕਿਸੇ। ਮੈਂ ਕਾਂਗਰਸ ਦੀ ਹਿਤੈਸ਼ੀ ਹਾਂ, ਕਾਂਗਰਸ 'ਚ ਰਹਿਣਾ, ਕਾਂਗਰਸ ਵਾਸਤੇ ਹਾਂ। ਇਸ ਲਈ ਮੈਂ ਵੀ ਦੋਨਾਂ ਨੂੰ ਇਹੀ ਸਮਝਾਇਆ ਕਿ ਆਪਣਾ ਜਿਵੇਂ ਕਹਿੰਦੇ ਤੇਰੀਆਂ ਮੇਰੀਆਂ ਨਜਿੱਠ ਲਾਂਗੇ, ਪਹਿਲਾਂ ਆਪਾਂ ਜਿਹੜੀ ਤਾਣੀ ਆ ਉਹ ਸੁਲਝਾ ਲਈਏ। ਦੇਖੋ ਰਾਬਤ ਜੀ ਆ ਰਹੇ ਆ, ਸਾਰਿਆਂ ਨੂੰ ਪਤਾ ਅਖਬਾਰ 'ਚ, ਉਹ ਵੀ ਇਸੇ ਮਿਸ਼ਨ 'ਤੇ ਆ ਰਿਹਾ ਹੈ ਕਿ ਜੇ ਕਿਸੇ ਥਾਂ 'ਤੇ ਕੋਈ ਥੋੜ੍ਹੀ ਮੋਟੀ ਤਲਖੀ ਹੈ ਜਾਂ ਮਿਸਅੰਡਰਸਟੈਂਡਿੰਗ ਹੈ, ਉਹਨੂੰ ਬੈਠ ਕੇ ਕਿਵੇਂ ਦੂਰ ਕਰਨਾ ਹੈਗਾ। ਕਮੀ ਜਿਸ ਤਰ੍ਹਾਂ ਕਿ ਹਰੇਕ ਤੋਂ ਰਹਿ ਸਕਦੀ ਹੈ, ਆਪਾਂ ਇਨਸਾਨ, ਆਪਾਂ ਕੋਈ ਰੱਬ ਤਾਂ ਹੈ ਨਹੀਂ ਗੇ। ਜਿਸ ਕਿਸੇ ਪਾਸੇ ਚਾਹੇ ਸਰਕਾਰੀ ਪੱਧਰ 'ਤੇ ਕਮੀ ਹੈ, ਚਾਹੇ ਦੂਜੇ ਤੀਜੇ ਕਿਸੇ ਪੱਧਰ 'ਤੇ ਕਮੀ ਹੈ, ਉਹਨੂੰ ਬੈਠ ਕੇ ਅੰਦਰ ਅਸੀਂ ਬੈਠ ਕੇ ਗੱਲ ਕਰਾਂਗੇ, ਸਾਰੇ ਉਹਨੂੰ ਦੂਰ ਕਰਾਵਾਂਗੇ। ਆਈ ਹੋਪ, ਮੈਨੂੰ ਪੂਰੀ ਉਮੀਦ ਹੈ ਕਿ ਇਹ ਮਾਮਲਾ ਛੇਤੀ ਅਸੀਂ ਨਿਪਟਾ ਲਵਾਂਗੇ। ਕਾਂਗਰਸ ਪਾਰਟੀ ਇਕਜੁੱਟ ਅਤੇ ਇਕਮੁੱਠ ਹੋਊਗੀ। ਡਿਫਰੈਂਸਿਸ ਮੇਰੇ ਵੀ ਰਹੇ ਨੇ, ਮੈਂ ਕਹਾਂ ਕਿ ਇਹਨਾਂ ਦੇ ਕਿਉਂ ਨੇ, ਮੇਰੇ ਵੀ ਤਾਂ ਰਹੇ ਨੇ ਨਾ। ਲੇਕਿਨ ਇਹ ਠੀਕ ਹੁੰਦਾ ਕਿ ਵਕਤ ਦੇਖਣਾ ਹੁੰਦਾ। ਜਿਸ ਵਕਤ ਮੈਨੂੰ ਉਦੋਂ ਸੋਨੀਆ ਜੀ ਨੇ ਕਹਿਤਾ ਸੀ, ਪਾਰਲੀਮੈਂਟ ਅਨਾਊਂਸ ਹੋ ਗਈ ਸੀ, ਅਸੀਂ ਆਪਣੇ ਨਿੱਜੀ ਮੁੱਦੇ ਛੱਡ ਕੇ ਵਾਪਸ ਆ ਕੇ ਕਾਂਗਰਸ ਪਾਰਟੀ ਨਾਲ ਖੜ੍ਹੇ ਹੈਗੇ ਹਾਂ ਅੱਜ। ਲੇਕਿਨ ਜਿਹੜੇ ਕੁਛ ਮੁੱਦੇ ਸਾਡੇ ਭਰਾਵਾਂ ਨੂੰ ਕਿਸੇ ਨੂੰ ਖਦਸ਼ਾ ਹੈਗਾ, ਉਹਨਾਂ ਨੂੰ ਇਹੀ ਹੈਗਾ ਕਿ ਕਾਂਗਰਸ ਪਾਰਟੀ ਨੂੰ ਜਿਹੜਾ ਹੈਗਾ ਕੰਫਰਟੇਬਲੀ ਸਾਡੀ ਸਰਕਾਰ ਬਣ ਸਕੇ, ਬਹੁਮਤ ਮਿਲ ਸਕੇ। ਅਤੇ ਆਹ ਚੀਜ਼ਾਂ ਨੇ ਜਿਹੜੀਆਂ ਸਾਤੋਂ ਪਬਲਿਕ 'ਚ ਰਹਿੰਦਿਆਂ ਹੋਇਆਂ ਦੇਖਦੇ ਹਾਂ ਕਿ ਇਹ ਸਾਡੇ ਲਈ ਜ਼ਰੂਰੀ ਹੈ ਛੇਤੀ ਹੱਲ ਕਰਨੀਆਂ। ਅਤੇ ਇਸ ਲਈ ਇਹ ਹੱਲ ਕਰਨ ਦੇ ਜਿਹੜੇ ਹੈਗੇ ਨੇ, ਉਹਨਾਂ ਦੱਸਿਆ ਕਿ ਆਹ ਚੀਜ਼ਾਂ ਰਹਿੰਦੀਆਂ। ਮੈਂ ਵੀ ਸਮਝਦੀ ਹਾਂ, ਜਿਵੇਂ ਮੁਲਾਜ਼ਮ ਹੈ ਸਾਡੇ ਉਹ ਬੈਠੇ ਹੈ, ਜਿਵੇਂ ਅਸੀਂ ਪੈਨਸ਼ਨਾਂ ਦੀ ਗੱਲ ਕੀਤੀ ਹੈ 2-2 ਹਜ਼ਾਰ ਕਰਕੇ, ਉਹ ਬੈਕਲੌਗ ਦੀ ਉਹ ਵੀ ਦੇਣ ਦੀ ਗੱਲ ਕੀਤੀ ਹੈ, ਜਿਵੇਂ ਅਸੀਂ ਜਨਰਲ ਡਿਵੈਲਪਮੈਂਟ ਦੀ ਗੱਲ ਕੀਤੀ ਹੈਗੀ ਹੈ। ਇਹ ਸਾਰੇ ਸਾਡੇ ਜਿਹੜੇ ਮਾਮਲੇ ਹੈਗੇ ਨੇ, ਇਹ ਡੇਲੀ ਮੀਟਿੰਗਸ ਹੋ ਰਹੀਆਂ ਹੈ, ਕਿਉਂਕਿ ਸਰਕਾਰ ਦੀ ਜਿਹੜੀ ਹੁੰਦੀ ਹੈ ਨਾ ਸਪੀਡ ਕੰਮ ਕਰਨ ਦੀ, ਜਿਵੇਂ ਪਿਛਲੇ ਸਮੇਂ 'ਚ ਕਈ ਕਹਿੰਦੇ 4 ਸਾਲ ਤਾਂ ਹੋਇਆ ਨਹੀਂ। 4 ਸਾਲ ਸਾਡੀ ਪ੍ਰਾਇਓਰਟੀ ਹੋਰ ਸੀ। 4 ਸਾਲ ਜਾਨ ਮਾਲ ਬਚਾਉਣ ਦੀ ਗੱਲ ਸੀਗੀ। 4 ਸਾਲ ਇਹਦੇ ਵਾਸਤੇ ਪੈਸਾ ਇੰਤਜ਼ਾਮ ਕਰਨ ਦੀ ਲੋੜ ਸੀ। ਅੱਜ ਫੰਡਸ ਦਾ ਵੀ ਜੋ ਅਸੀਂ ਸੁਣਿਆ ਖਜ਼ਾਨਾ ਮੰਤਰੀ ਤੋਂ, ਕਿਉਂਕਿ ਮੈਂ ਸਰਕਾਰ 'ਚ ਤਾਂ ਹਾਂ ਨਹੀਂ, ਨਾ ਮੈਂ ਵਿਧਾਨ ਸਭਾ 'ਚ ਹਾਂ, ਜਿਹੜੀ ਮੈਂ ਜਾਣਕਾਰੀ ਦੱਸ ਸਕਾਂ ਤਾਂ ਦੇ ਸਕਾਂ। ਲੇਕਿਨ ਜੋ ਇਨਫੋਰਮੇਸ਼ਨ ਮੈਨੂੰ ਮਿਲੀ ਹੈ ਕਿ ਸਾਡਾ ਫੰਡਸ ਦਾ ਵੀ ਰੇਂਜ ਹੋ ਗਿਆ ਸਾਰੇ ਪਾਸੇ ਤੋਂ, ਔਰ ਅਸੀਂ ਡੇ ਐਂਡ ਨਾਈਟ ਸਾਰੇ ਮਾਮਲੇ ਡੇਲੀ, ਤੁਸੀਂ ਦੇਖੋ ਮੁਲਾਜ਼ਮਾਂ ਨਾਲ ਗੱਲ ਹੁੰਦੀ ਹੈ, ਤੁਹਾਡੇ ਸਾਹਮਣੇ ਦੇਖੋ ਗੰਨੇ ਦਾ ਮਾਮਲਾ ਹੱਲ ਕੀਤਾ ਹੈ, ਤੁਹਾਡੇ ਸਾਹਮਣੇ ਜਿਹੜੀਆਂ ਹੈਗੀਆਂ ਪੈਨਸ਼ਨਾਂ ਦਾ ਮਾਮਲਾ, ਹੁਣ 2-2 ਮਹੀਨੇ ਦੀਆਂ ਇਕੱਠੀਆਂ ਪੈਨਸ਼ਨਾਂ ਪਾਈਆਂ ਜਾ ਰਹੀਆਂ ਨੇ। ਇਹ ਸਾਰਿਆਂ ਥਾਵਾਂ 'ਤੇ ਆ ਕੇ ਆਈ ਹੋਪ, ਮੈਨੂੰ ਉਮੀਦ ਹੈ
और मैं आस भी करदी हाँ मैनू मैं जोरदार तरीके नाल कहना चाहुंदी हाँ कि सानू फुल स्पीड नाल काम करके सानू 6 महीने तो जो पे ने सन 3-4 महीनों अपना एजेंडा कंप्लीट करना चाहिए। ये ठीक है कि सारे पूरे नहीं होए, देखो सारे पूरे ना होना तो काम होना वो अड गल है। सारे पूरे तो तुसीं मैनू भला हिंदुस्तान के प्राइम मिनिस्टर तो लै लो, 15-15 लाख देता मोदी ने, काला धन आ गया मोदी का। तो इवें जिवें जिहड़ा कहंदा सीगा अपना मन की गल फलाने की गल लोक राज स्वच्छ इंडिया आ गया, सारी दुनिया के भरे वे करप्शन के बंदियां नूं दिल नाल लाई बैठा उन्हें स्वच्छ भारत बनाता इस करके। लेकिन साडी पार्टी की सरकार मैं कोई ये नहीं मैं कोई सरकार का जां होर दा पक्ष पूर रही हाँ, मैं उन मैरिट गल करदी हाँ कि पिछले 10 साल के अकालियां दे राज ईवन साडे जिले का मंत्री परमिंदर सिंह ढींडसा खजाना मंत्री भी सीगा, उस समय दे विच कोई मैनूं 50 बंदे 100 बंदे गिणा सकदा जी जिन्हां ने मुआवजा दिता होवे। असीं हुण तकरीबन 5 करोड़ 90 लाख नवां पहली बार कि छोटा किसान तो खेत मजदूर वह कर्जा ही माफ़ कर रहे हैं। पहले जनरल किसानों का कर्जा माफ़ किया, साडे नाल इह सामने डिबेट कर लैण बैठ के कि असीं किन्ने किसानों का कर्जा माफ़ किया इन स्पाइट ऑफ दैट कि साडे सामने बीमारी करफ्यू ने बंद ने दफ्तर नहीं लगते, उसके बावजूद असीं कीता ते अकालियां ने कीता नहीं। इस तरह नशा की तुसीं गल कहते हो, इस तरह मैं मनती हाँ कि साडे तो कुछ अजे कई रहिंदियां चीज़ां जो करनियां ने, लेकिन वो सारियां चीज़ां दे विच असीं अपने वल्लों करके शुरुआत की है। सारा पिंडा खत्म होया नहीं होया वो वक्री सवाल हैगा, लेकिन शुरुआत की हुई है। तो जिहड़े रहिंदे ने उन्हां दे उत्ते पूरा साडी जिहड़ी पार्टी तुसीं कहंदे हो कोई उन्होंने कोई ना दे दिंदा कोई ना दिंदा, वो यही ने एग्रैसिवली कहंदे कि जिहड़ी रहिंदियां चीज़ां इन्हां भी स्पीडली पूरी करिए। खैर हुण वेखना होवेगा कि 2022 ਦੇ ਵਿੱਚ ਕਾਂਗਰਸ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਜਾਂ ਫਿਰ ਆਪਸੀ ਕਲੇਸ਼ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਲਹਿਰਾ ਗਾਗਾ ਤੋਂ ਮਨੋਜ ਕੁਮਾਰ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ ਪੀਐਨਪੀ ਦੇ ਥਰੂ ਜਾਂ ਐਲਐਮਆਈਏ ਦੇ ਥਰੂ ਜਾਂ ਜੌਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।